मैं कायनात दा सब तो खूबसूरत सुफना हाँ। मैं इंसानियत दे जज्बे अंदर जज्ब हाँ। मैं आजादी हाँ। 14वीं सदी विच फिरोज शाह तुगलक वल्लों उसारिया ये फिरोजपुर शहर आजादी दे परवानियां दी धरती है। इस दी छाती ते पीर बाबा गुलाम हुसैनी वाला हुसैन दी याद ताजा करवाउंदा है। वही हुसैन जिसने आजादी का परचम उठाया और सच की हिफाजत लई करबला विच शहीदी दिती सी। बेखौफ तारीख गवाह है कि 5 दरियावां दी इस बहादुर धरती ने खूब अत्याचार वेखे, लड़ाइयां लड़ियां और आजादी की भावना नूं जिंदा रखिया। दूजे शब्दों विच सदी ने गुलाम भारत की सरजमीन ते दस्तक दे दी सी। नवे भारत की तस्वीर बनन लगी सी। एक अजिहा भारत जो गुलामी की गिरफ्त तो मुक्त होवे, जिथे लोग अपना सिर उच्चा करके तुर सकते हों, जिथे खुली हवा और भाईचारा होवे, जिथे जुबान ते जंदे ना बचे हों। सरदार अजीत सिंह दे किसानी आंदोलन ने पंजाब की सुत्ती रूह नूं जगा दिता सी। शेरे पंजाब लाला लाजपत राय, मराठा वीर बाल गंगाधर तिलक अते बंगाल दे विपिन चंद्र पाल जां कहो लाल बाल पाल की तिगड़ी ने अंग्रेजी जुल्म के खिलाफ जिहड़ी आज़ादी की लौ जगाई सी, उस च गदरे बाबिया ने एक नवा रंग भर दिता। दूजे पासे मोहनदास करमचंद गांधी की दक्षिण अफ्रीकी वापसी ने इस लौ नूं ज्वाला विच तब्दील कर दिता। घबराई हुई ब्रिटिश सरकार ने 1919 विच भारत के सिर ते रोलेट एक्ट नां दा तानाशाही कानून थोप दिता। इस कानून के खिलाफ महात्मा गांधी ने सत्याग्रह का नारा बुलंद किया। हजारां की गिनती विच लोग इस काले कानून के खिलाफ सड़कों ते उतर आए। 9 अप्रैल नूं रामनामी का मेला हिंदू मुस्लिम एकता की मिसाल बन गया। हिंदू मुस्लिम एकता के नारे लोकां विच जोश भर रहे सन। पंजाब च मुखालफत की बागडोर डॉक्टर सत्यपाल और डॉक्टर सैफुद्दीन किचलू संभाल रहे सन। उन्होंने गिरफ्तार कर धर्मशाला भेज दिता गया। फिर की सी 10 अप्रैल 1919 ਨੂੰ ਸੁਤੰਤਰਤਾ ਸੰਗਰਾਮੀਆਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਈਲਸ ਅਰਵਿਨ ਦੇ ਘਰ ਨੂੰ ਘੇਰ ਲਿਆ। ਡਾਕਟਰ ਸਤਿਆਪਾਲ ਅਤੇ ਡਾਕਟਰ ਸੈਫੁਦੀਨ ਕਿਚਲੂ ਨੂੰ ਫੌਰਨ ਰਿਹਾ ਕਰਨ ਦੀ ਮੰਗ ਕੀਤੀ ਜਾਣ ਲੱਗੀ। ਉਸੇ ਦੌਰਾਨ ਬ੍ਰਿਟਿਸ਼ ਫੌਜੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਗੋਲੀ ਚੱਲਣ ਕਾਰਨ ਬੁਖਲਾਈ ਭੀੜ ਨੇ ਬ੍ਰਿਟਿਸ਼ ਬੈਰਕਾਂ ਤੇ ਹਮਲਾ ਬੋਲ ਦਿੱਤਾ। ਜੋ ਵੀ ਅੰਗਰੇਜ਼ ਸਾਹਮਣੇ ਪਿਆ ਉਹ ਮਾਰਿਆ ਗਿਆ। ਤਾਰ ਦੇ ਖੰਭਿਆਂ ਨੂੰ ਪੁੱਟ ਦਿੱਤਾ ਗਿਆ। ਸਰਕਾਰੀ ਇਮਾਰਤਾਂ ਨੂੰ ਅੱਗ ਲਾ ਦਿੱਤੀ ਗਈ। 13 ਅਪ੍ਰੈਲ 1919 ਦੀ ਵਿਸਾਖੀ ਲਾਲ ਸੀ। ਅੰਮ੍ਰਿਤਸਰ ਵਿੱਚ ਵਿਸਾਖੀ ਦੇ ਮੇਲੇ ਸੱਜ ਚੁੱਕੇ ਸਨ। ਹਜ਼ਾਰਾਂ ਦੀ ਤਾਦਾਦ 'ਚ ਲੋਕ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਇਕੱਠਾ ਹੋਣ ਲੱਗੇ ਸਨ ਕਿ ਉਸੇ ਵਕਤ ਸਾਰੇ ਸ਼ਹਿਰ ਵਿੱਚ ਐਲਾਨ ਕੀਤਾ ਜਾਣ ਲੱਗਾ। ਸਾਰੇ ਲੋਕਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ, ਸ਼ਹਿਰ ਅੰਮ੍ਰਿਤਸਰ ਵਿੱਚ ਅੱਜ ਰਾਤੀ 8 ਵਜੇ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ ਹੈ। ਕਿਸੇ ਵੀ ਕਿਸਮ ਦੀ ਭੀੜ ਧਰਨਾ ਪ੍ਰਦਰਸ਼ਨ ਉੱਤੇ ਕਾਨੂੰਨੀ ਪਾਬੰਦੀ ਲਾਈ ਗਈ ਹੈ। ਜਿਹੜਾ ਵੀ ਇਸ ਪਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ ਉਸ ਨੂੰ ਗ੍ਰਿਫਤਾਰ ਕਰਕੇ ਉਸ ਤੇ ਮੁਕੱਦਮਾ ਚਲਾਇਆ ਜਾਏਗਾ। ਅਜੀਬ ਨਿਜ਼ਾਮ ਹੈ। ਜਦੋਂ ਅਸੀਂ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਾਂ ਤਾਂ ਕਹਿੰਦੇ ਨੇ ਘਰਾਂ ਨੂੰ ਅੰਦਰ ਜਾਓ। ਇਹਨਾਂ ਦਾ ਬਚ ਚਲੇ ਤਾਂ ਸਾਡੀਆਂ ਅਰਦਾਸਾਂ ਤੇ ਦੀ ਪਾਬੰਦੀ ਲਾ ਦੇ। ਜੰਨਿਆਂ ਵਾਲਾ ਬਾਗ ਵਿੱਚ ਸੰਭਾਲ ਲਾਈ ਹੈ। ਚਲੋ ਚਲਦੇ ਹਾਂ, ਲੋਕਾਂ ਦੀ ਭੀੜ ਹੋਵੇਗੀ। ਜਲਿਆਂਵਾਲਾ ਬਾਗ ਵਿੱਚ ਕਈ ਹਜ਼ਾਰ ਲੋਕ ਇਕੱਠੇ ਹੋ ਚੁੱਕੇ ਸਨ ਅਤੇ ਸੀਆਈਡੀ ਦੇ ਬੰਦੇ ਵੀ ਵੇਖੇ ਗਏ ਸਨ। ਹੰਸਰਾਜ ਜੀ ਨੇ ਡਾਕਟਰ ਕਿਚਲੂ ਦੀ ਤਸਵੀਰ ਸਟੇਜ ਤੇ ਟਿਕਾ ਕੇ ਆਖਿਆ, ਅੱਜ ਸਭਾ ਦੀ ਪ੍ਰਧਾਨਗੀ ਡਾਕਟਰ ਕਿਚਲੂ ਦੀ ਗੈਰ ਹਾਜ਼ਰੀ 'ਚ ਉਹਨਾਂ ਦੀ ਇਹ ਤਸਵੀਰ ਕਰੇਗੀ। ਗੋਪੀਨਾਥ ਨੇ ਕਿਹਾ ਕਿ ਹੁਣ ਸਰਕਾਰ ਲੋਕਾਂ ਦੀ ਫਰਿਆਦ ਨਹੀਂ ਸੁਣਦੀ। ਦੀਨਾਨਾਥ ਅਤੇ ਡਾਕਟਰ ਗੁਰਬਖਸ਼ ਰਾਏ ਵੀ ਬੋਲਣ ਲਈ ਕਨਈਆ ਲਾਲ ਭਾਟੀਆ ਖੜੇ ਹੋ ਗਏ। ਤੁਹਾਡੀ ਆਜ਼ਾਦੀ ਨੂੰ ਵੀ ਕੋਈ ਹੱਥਕੜੀਆਂ ਪਾਈਆਂ ਗਈਆਂ ਨੇ ਜਿਨ੍ਹਾਂ ਵਿੱਚ ਸੈਫੂਦੀਨ ਕਿਚਲੂ ਤੇ ਡਾਕਟਰ ਸਤਪਾਲ ਨੂੰ ਜਕੜਿਆ ਗਿਆ ਹੈ। ਅਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਹੱਥਕੜੀਆਂ ਨੂੰ ਤੋੜਨਾ ਹੈ। ਕਨਈਆ ਲਾਲ ਆਪਣੀ ਸਪੀਚ ਦੇ ਹੀ ਰਹੇ ਸਨ ਕਿ ਇਸੇ ਦੌਰਾਨ ਜਨਰਲ ਡਾਇਰ ਨੇ ਆਪਣੀ ਪੁਲਿਸ ਫੋਰਸ ਨਾਲ ਦਾਖਲ ਹੋ ਕੇ ਮੇਨ ਗੇਟ ਬੰਦ ਕਰਵਾ ਦਿੱਤਾ। ਲੋਕਾਂ ਵਿੱਚ ਬੇਚੈਨੀ ਅਤੇ ਖੌਫ ਦੀ ਲਹਿਰ ਦੌੜ ਗਈ। ਕਨਈਆ ਲਾਲ ਆਪਣਾ ਬੋਲਣਾ ਜਾਰੀ ਰੱਖਦੇ ਰਹੇ। ਅਸੀਂ ਆਪਣੇ ਸਾਥੀਆਂ ਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਹਾਂ ਅਤੇ ਪੁਰਜ਼ੋਰ ਆਵਾਜ਼ ਵਿੱਚ ਉਹਨਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ। Take the position, ਜਵਾਨ। ਜਿੱਥੇ ਬੈਠੇ ਹੋ ਉੱਥੇ ਬੈਠੇ ਰਹੋ। ਮੈਂ ਕਹਿ ਰਿਹਾ ਜਿੱਥੇ ਬੈਠੇ ਹੋ ਉੱਥੇ ਬੈਠੇ ਰਹੋ। ਉੱਠਣ ਦੀ ਲੋੜ ਨਹੀਂ ਹੈ। ਜਵਾਨ ਫਾਇਰ ਕਰੇਗਾ। ਫਾਇਰ। ਖੂਨੀ ਡਾਇਰ ਦੇ ਫੌਜੀ ਸਿਪਾਹੀਆਂ ਨੇ ਹਜ਼ਾਰਾਂ ਲੋਕਾਂ ਦੀ ਨਿਹੱਤੀ ਭੀੜ ਤੇ ਗੋਲੀਆਂ ਦੀ ਬਰਸਾਤ ਕਰ ਦਿੱਤੀ। ਗੋਲੀਆਂ ਚੱਲਦੀਆਂ ਰਹੀਆਂ ਜਦੋਂ ਤੱਕ ਜ਼ਾਲਮਾਂ ਦੇ ਕਾਰਤੂਸ ਮੁੱਕ ਨਹੀਂ ਗਏ। ਗੋਲੀਆਂ ਦੀ ਮਾਰ ਤੋਂ ਬਚਣ ਲਈ ਲੋਕ ਜਿਹੜੇ ਵੀ ਪਾਸੇ ਨੱਸਦੇ, ਬੰਦੂਕ ਦੀ ਨਲੀ ਉਸੇ ਤਰਫ ਹੋ ਜਾਂਦੀ। ਬਾਗ ਦੇ ਅੰਦਰ ਇੱਕ ਖੂਹ ਸੀ। ਮਾਵਾਂ ਨੇ ਆਪਣੇ ਬੱਚਿਆਂ ਨੂੰ ਛਾਤੀਆਂ ਨਾਲ ਲਾ ਕੇ ਜਾਨਾਂ ਬਚਾਉਣ ਦੀ ਉਮੀਦ 'ਚ ਖੂਹ ਅੰਦਰ ਛਾਲਾਂ ਮਾਰ ਦਿੱਤੀਆਂ। ਡਾਇਰ ਨੇ 1650 ਗੋਲੀਆਂ ਚਲਵਾਈਆਂ। 1000 ਤੋਂ ਵੱਧ ਲੋਕ ਮਾਰੇ ਗਏ। ਖੂਹ ਅੰਦਰੋਂ ਕਾਫੀ ਲਾਸ਼ਾਂ ਕੱਢੀਆਂ ਗਈਆਂ। ਮਰਨ ਵਾਲਿਆਂ ਵਿੱਚ 42 ਬੱਚੇ ਉਹ ਵੀ ਸਨ ਜਿਨ੍ਹਾਂ ਦੀ ਉਮਰ 7 ਮਹੀਨਿਆਂ ਤੋਂ ਘੱਟ ਸੀ। ਮੈਂ ਲਾਇਲਪੁਰ ਜ਼ਿਲ੍ਹੇ ਦਾ ਇੱਕ 12 ਸਾਲ ਦਾ ਬੱਚਾ ਜਲਿਆਂਵਾਲਾ ਬਾਗ ਦੀ ਲਹੂ ਨਾਲ ਤਪਦੀ ਧਰਤੀ ਉੱਤੇ ਖੜਾ ਵੇਖਿਆ। ਉਸਨੇ ਗਰਮ ਲਹੂ ਨਾਲ ਭਿੱਜੀ ਮਿੱਟੀ ਨੂੰ ਆਪਣੇ ਹੱਥਾਂ ਵਿੱਚ ਲਿਆ। ਉਸ ਦੀ ਹਥੇਲੀ ਮੁੱਠੀ ਬਣ ਗਈ। ਲਹੂ 'ਚ ਜਜ਼ਬ ਮਿੱਟੀ ਨੇ ਉਸ ਦਾ ਨਾਂ ਲਿਆ, ਭਗਤ ਸਿੰਘ। 12 ਸਾਲ ਦੇ ਭਗਤ ਸਿੰਘ ਦੇ ਦਿਮਾਗ 'ਚ ਜਲਿਆਂਵਾਲਾ ਬਾਗ ਦੀਆਂ ਯਾਦਾਂ ਫਿੱਕੀਆਂ ਪੈਂਦੀਆਂ। ਇਸ ਤੋਂ ਪਹਿਲਾਂ ਗਾਂਧੀ ਜੀ ਨੇ ਅਸਹਿਯੋਗ ਅੰਦੋਲਨ ਦਾ ਐਲਾਨ ਕਰ ਦਿੱਤਾ। ਲੋਕਾਂ ਨੇ ਆਪਣੇ ਮੱਥਿਆਂ ਉੱਤੇ ਵਿਰੋਧ ਦਰਸਾਉਣ ਲਈ ਕਾਲੀਆਂ ਪੱਗਾਂ ਬੰਨ੍ਹ ਲਈਆਂ। ਭਗਤ ਸਿੰਘ ਨੇ ਵੀ ਕਾਲੀ ਪੱਗ ਬੰਨ੍ਹ ਲਈ ਅਤੇ ਆਪਣੇ ਉਸਤਾਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਨੂੰ ਹਿੱਕ ਲਾ ਕੇ ਆਪਣੀ ਛੋਟੀ ਭੈਣ ਅਮਰ ਕੌਰ ਨਾਲ ਗੁਰਮੁਖੀ ਪੜ੍ਹਨੀ ਸ਼ੁਰੂ ਕਰ ਦਿੱਤੀ। ਵੀਰੇ
किसदी तस्वीर होंदी है? ये मेरा भरा है, मेरा साथी है, सराबे दा करतार सिंह। ये तो मेरा गुरु है अमरो। अच्छा, ओ लुधियाने वाला। लुधियाने वाला भी अते भारत वाला भी। ਉਹੀ 19 ਸਾਲਾਂ ਦਾ ਕਰਤਾਰ ਜਿਨੇ ਭਾਰਤ ਮਾਤਾ ਦੀ ਜੈ ਬੋਲੀ ਅਤੇ ਫਾਂਸੀ ਦੇ ਫੰਦੇ ਨੂੰ ਚੁੰਮਿਆ, ਬਾਰ-ਬਾਰ ਜਨਮ ਲੈਣ ਲਈ। ਹੁਣ ਸਮਝ ਆ ਗਈ। ਕਰਤਾਰ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲਾ ਬੰਗਾ ਪਿੰਡ ਲਾਇਲਪੁਰ ਦਾ ਭਗਤ ਸਿੰਘ ਲਾਹੌਰ ਦੇ ਡੀਏਵੀ ਸਕੂਲ ਵਿੱਚ ਪੜ੍ਹਦਿਆਂ ਵੱਡਾ ਹੋਣ ਲੱਗਾ। ਸਵਾਮੀ ਦਇਆਨੰਦ ਸਰਸਵਤੀ ਅਤੇ ਸਵਾਮੀ ਵਿਵੇਕਾਨੰਦ ਦੇ ਵਿਚਾਰ ਉਸ ਦੇ ਮਨ 'ਚ ਗੂੰਜਦੇ। ਅੱਖਾਂ ਅੱਗੇ ਇਨਕਲਾਬੀ ਚਾਚਾ ਅਜੀਤ ਸਿੰਘ ਅਤੇ ਸ਼ਹੀਦ ਚਾਚਾ ਸੁਰਨ ਸਿੰਘ ਦੀ ਤਸਵੀਰ ਜਾਗ ਪੈਂਦੀ ਅਤੇ ਕਦੀ ਮਹਾਤਮਾ ਗਾਂਧੀ ਦੀ ਅਹਿੰਸਾ ਦੀ ਤਾਕਤ ਉਸ ਨੂੰ ਆਪਣੇ ਵੱਲ ਖਿੱਚ ਰਹੀ ਸੀ। ਇਸੇ ਦੌਰਾਨ 5 ਫਰਵਰੀ 1922 ਨੂੰ ਚੌਰੀ ਚੌਰਾ ਵਿਖੇ ਇੱਕ ਘਟਨਾ ਵਾਪਰ ਗਈ। ਪੁਲਿਸ ਨੇ ਨਿਹੱਥੇ ਪ੍ਰਦਰਸ਼ਨਕਾਰੀਆਂ ਤੇ ਗੋਲੀਆਂ ਚਲਾ ਦਿੱਤੀਆਂ। ਗੁੱਸੇ 'ਚ ਆਏ ਲੋਕਾਂ ਨੇ ਚੌਰੀ ਚੌਰਾ ਦੇ ਥਾਣੇ ਦਾ ਘਰਾਵ ਕਰਕੇ ਅੱਗ ਲਾ ਦਿੱਤੀ। ਥਾਣੇ ਵਿੱਚ ਜਿੰਨੇ ਵੀ ਪੁਲਿਸ ਕਰਮੀ ਸਨ ਮਾਰੇ ਗਏ। ਚੌਰੀ ਚੌਰਾ ਦੀ ਘਟਨਾ ਤੋਂ ਦੁਖੀ ਹੋ ਕੇ ਗਾਂਧੀ ਜੀ ਨੇ ਅਸਹਿਯੋਗ ਅੰਦੋਲਨ ਵਾਪਸ ਲੈ ਲਿਆ। ਭਗਵਤੀ ਚਰਨ ਵੋਰਾ ਅਤੇ ਸੁਖਦੇਵ ਥਾਪਰ ਵਰਗੇ ਸਾਥੀਆਂ ਨਾਲ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਭਗਤ ਸਿੰਘ ਦੇ ਇਨਕਲਾਬੀ ਵਿਚਾਰ ਹੋਰ ਮਜ਼ਬੂਤ ਹੋਣ ਲੱਗੇ। ਭਗਤ ਸਿੰਘ ਦੇ ਬਦਲਦੇ ਤੇਵਰ ਵੇਖ ਉਹਨਾਂ ਦਾ ਪਰਿਵਾਰ ਫਿਕਰਮੰਦ ਹੋ ਗਿਆ। ਭਗਤ ਸਿੰਘ ਦੇ ਵਿਆਹ ਦੀ ਗੱਲ ਸ਼ੁਰੂ ਹੋ ਗਈ। ਬਚਨ ਦਾ ਕੋਈ ਰਾਹ ਨਾ ਵੇਖ ਭਗਤ ਸਿੰਘ ਨੇ ਆਪਣੇ ਪਿਤਾ ਨੂੰ ਇੱਕ ਖੱਤ ਲਿਖਿਆ ਅਤੇ ਵਤਨ ਦੀ ਖਿਦਮਤ ਲਈ ਨਿਕਲ ਪਏ। पूज्य पिताजी नमस्ते। मेरी जिंदगी मकसद आला मतलब आज़ादी हिंद के असूलों लिए वक्फ हो चुकी है। इसलिए मेरी जिंदगी विच आराम और संसारक इच्छा की कोई कशिश नहीं। तुहानू चेते होवे निक्के हुंदियां बापू जी ने मेरे जंजू के समय ऐलान किया सी कि मैनू खिदमत वतन लिए वक्फ किया गया है। इसलिए मैं उस वक्त के वायदे नू पूरा कर रहा हाँ। उम्मीद है कि तुसी मैनू माफ कर दोगे। तुहाडा ताबेदार भगत सिंह। ਭਗਤ ਸਿੰਘ ਲਾਹੌਰ ਤੋਂ ਕਾਨਪੁਰ ਆ ਗਏ ਅਤੇ ਗਣੇਸ਼ ਸ਼ੰਕਰ ਵਿਦਿਆਰਥੀ ਦੇ ਕ੍ਰਾਂਤੀਕਾਰੀ ਅਖਬਾਰ ਪ੍ਰਤਾਪ ਵਿੱਚ ਬਲਵੰਤ ਸਿੰਘ ਦੇ ਨਾਂ ਹੇਠ ਲਿਖਣਾ ਸ਼ੁਰੂ ਕੀਤਾ। ਅਗਸਤ 1925 ਦਾ ਦਿਨ ਇੱਕ 8 ਡਾਊਨ ਪੈਸੇਂਜਰ ਟ੍ਰੇਨ ਸ਼ਾਹਜਹਾਨਪੁਰ ਦੇ ਛੋਟੇ ਸਟੇਸ਼ਨ ਤੋਂ ਰਵਾਨਾ ਹੋਈ। ट्रेन मील 1.5 मील अगे चल के काकोरी स्टेशन ते पहुंचने वाली सी कि राजेंद्र लहरी ने चेन खिंच के गड्डी रोक ली। गोली चलदियां ही हफड़ा दफड़ी मच गई। ਤੁਸੀਂ ਲੋਕ ਡਰੋ ਨਹੀਂ, ਅਸੀਂ ਕਿਸੇ ਨੂੰ ਕੁਝ ਨਹੀਂ ਕਵਾਂਗੇ। ਸਾਡਾ ਮਕਸਦ ਸਰਕਾਰੀ ਖਜ਼ਾਨੇ ਨੂੰ ਲੁੱਟਣਾ ਹੈ, ਆਪਣੇ ਭਰਾਵਾਂ ਨੂੰ ਮਾਰਨਾ ਨਹੀਂ। बक्से का चंद्रा टुट नहीं रहा सी। चंद्रशेखर आजाद ने अपने माउजर का ढिड चंद्रे ते खाली कर दिया। वेखदे वेखदे इनकलाबी खजाना लुट के नस गए। अंग्रेजी महकमे विच हफड़ा दफड़ी पै गई। चंद्रशेखर आजाद अते मुकंदी लाल नूं छड्ड के हिंदुस्तान रिपब्लिकन पार्टी की पहली लाइन के सारे बंदे फड़े गए। आजादी की अधूरी कसक लैके भगत सिंह लाहौर वापस परत आए ਅਤੇ ਲਾਹੌਰ 'ਚ ਨੌਜਵਾਨਾਂ ਦੇ ਕ੍ਰਾਂਤੀਕਾਰੀ ਜਥੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਫਿਰ ਸੋਹਣ ਸਿੰਘ ਜੋਸ਼ ਦੇ ਅਖਬਾਰ ਕੀਰਤੀ ਵਿੱਚ ਸ਼ਾਮਲ ਹੋ ਕੇ ਵਿਦਰੋਹੀ ਨਾਂ ਹੇਠ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਲਹੂ ਵਿੱਚ ਦੱਬੀ ਚੰਗਾਰੀ ਲਫ਼ਜ਼ ਬਣ ਕੇ ਕੀਰਤੀ ਦੇ ਪੰਨਿਆਂ ਤੇ ਮੱਘਣ ਲੱਗੀ। 17 ਦਸੰਬਰ 1927 ਨੂੰ ਕਾਕੋਰੀ ਕਾਂਡ ਦੇ ਵੀਰ ਰਾਜਿੰਦਰ ਨਾਥ ਲਹਿਰੀ ਨੂੰ ਗੋਂਡਾ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। 19 ਦਸੰਬਰ 1927 ਦੇ ਦਿਨ ਰਾਮ ਪ੍ਰਸਾਦ ਬਿਸਮਿਲ ਨੂੰ ਗੋਰਖਪੁਰ ਜੇਲ੍ਹ, ਅਸ਼ਫਾਕ ਉੱਲਾ ਖਾਨ ਨੂੰ ਫੈਜ਼ਾਬਾਦ ਜੇਲ੍ਹ ਅਤੇ ਰੋਸ਼ਨ ਸਿੰਘ ਨੂੰ ਇਲਾਹਾਬਾਦ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਫਾਂਸੀ ਦੇ ਫੰਦੇ ਵੜ ਜਾਂਦੇ ਹੋਏ ਬਿਸਮਿਲ ਨੇ ਆਵਾਜ਼ ਲਗਾਈ, ਵੰਦੇ ਮਾਤਰਮ, ਵੰਦੇ ਮਾਤਰਮ। ਮਾਲਿਕ तेरी रजा रहे,
और तू ही तू रहे। बाकी न मैं रहूं न मेरी आरज़ू रहे। जब तक कि तन में जान रगों में लहू रहे, तेरा ही जिक्र यार तेरी आरज़ू रहे। I wish the downfall of British Empire. I wish the downfall of British Empire. अब न अहले वलवले हैं और न अरमानों की भीड़। एक मिट जाने की हसरत अब दिले बिस्मिल में है, अब दिले बिस्मिल में है। वंदे मातरम, वंदे मातरम। ਰੱਸਾ ਖਿੱਚਿਆ ਗਿਆ ਅਤੇ ਕਾਕੋਰੀ ਦੇ ਵੀਰ ਫਾਂਸੀ ਤੇ ਲਟਕ ਗਏ। ਕੀਰਤੀ ਅਖਬਾਰ ਵਿੱਚ ਭਗਤ ਸਿੰਘ ਦੀ ਕਲਮ ਅੱਗ ਦੀਆਂ ਲਪਟਾਂ ਛੱਡ ਰਹੀ ਸੀ। ਉਹ ਅੰਗਰੇਜ਼ੀ ਹਕੂਮਤ ਦੀਆਂ ਅੱਖਾਂ ਵਿੱਚ ਰੜਕਣ ਲੱਗੇ ਸੀ। ਉਸੇ ਦੌਰਾਨ ਲਾਹੌਰ ਦੇ ਦੁਸ਼ਹਿਰੇ ਮੇਲੇ ਵਿੱਚ ਇੱਕ ਧਮਾਕਾ ਹੋ ਗਿਆ। ਇਲਜ਼ਾਮ ਭਗਤ ਸਿੰਘ ਦੇ ਸਿਰ ਤੇ ਪਿਆ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਪਰ ਛੇਤੀ ਹੀ ਸਬੂਤਾਂ ਦੀ ਘਾਟ ਕਰਕੇ ਉਹ ਰਿਹਾ ਹੋ ਗਏ। ਸਾਈਮਨ ਕਮਿਸ਼ਨ 30 ਅਕਤੂਬਰ ਨੂੰ ਲਾਹੌਰ ਪਹੁੰਚਣ ਵਾਲਾ ਸੀ। ਨੌਜਵਾਨ ਭਾਰਤ ਸਭਾ ਨੇ ਲਾਹੌਰ 'ਚ ਮੁਖਾਲਫਤ ਦਾ ਝੰਡਾ ਚੱਕ ਲਿਆ। ਲਾਲਾ ਲਾਜਪਤ ਰਾਏ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ। ਸਾਈਮਨ ਕਮਿਸ਼ਨ ਗੋ ਬੈਕ, ਸਾਈਮਨ ਕਮਿਸ਼ਨ ਗੋ ਬੈਕ ਦੇ ਨਾਰਿਆਂ ਨਾਲ ਅਸਮਾਨ ਗੂੰਜ ਰਿਹਾ ਸੀ। ਲਾਲਾ ਜੀ ਅਤੇ ਆਜ਼ਾਦੀ ਦੇ ਪਰਵਾਨੇ ਅੱਗੇ ਵਧ ਰਹੇ ਸਨ ਕਿ ਲਾਹੌਰ ਦੇ ਐਸਪੀ ਜੇਮਸ ਏ ਸਕਾਟ ਨੇ ਲਾਠੀ ਚਾਰਜ ਕਰ ਦਿੱਤਾ। ਪੁਲਿਸ ਦੀਆਂ ਟਾਂਗਾਂ ਲਾਲਾ ਜੀ ਦੇ ਸਿਰ ਤੇ ਵੱਜੀਆਂ ਤੇ ਉਹ ਪੁੰਜੇ ਡਿੱਗ ਪਏ। ਇਹ ਜੋ ਤੁਸੀਂ ਮੈਨੂੰ ਡੰਡਿਆਂ ਨਾਲ ਕੁੱਟਿਆ ਏ, ਇਹ ਬ੍ਰਿਟਿਸ਼ ਸਰਕਾਰ ਦੇ ਤਾਬੂਤ ਦੀ ਆਖਰੀ ਮੇਖ ਸਾਬਤ ਹੋਏਗੀ। ਡਾਂਗਾਂ ਦੇ ਨਿਸ਼ਾਨ ਲਾਲਾ ਜੀ ਦੇ ਸਰੀਰ ਤੇ ਨਹੀਂ, ਹਿੰਦੁਸਤਾਨੀਆਂ ਦੇ ਦਿਲਾਂ ਤੇ ਪਏ ਸਨ। 17 ਨਵੰਬਰ 1928 ਨੂੰ ਭਾਰਤ ਦੇ ਲਾਲ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਹਿੱਲ ਗਏ। ਲਾਲਾ ਜੀ ਦੀ ਮੌਤ ਦਾ ਬਦਲਾ ਹਰ ਹਾਲਤ ਵਿੱਚ ਲੈਣਾ ਹੈ। ਭਗਵਾਨ ਦਾਸ ਦੇ ਵਿਜੇ ਤੁਸੀਂ ਸਕਾਟ ਦੇ ਆਉਣ ਜਾਣ ਦਾ ਪੂਰਾ ਵੇਰਵਾ ਤਿਆਰ ਕਰੋ। ਮੌਕੇ ਤੇ ਉਸ ਦੀ ਪਛਾਣ ਜੈ ਗੋਪਾਲ ਕਰੇਗਾ। ਮੈਂ ਅਤੇ ਰਾਜਗੁਰੂ ਗੋਲੀ ਮਾਰਾਂਗੇ। 17 ਦਸੰਬਰ 1928 ਨੂੰ ਭਗਤ ਸਿੰਘ ਅਤੇ ਰਾਜਗੁਰੂ ਡੀਏਵੀ ਕਾਲਜ ਲਾਹੌਰ ਦੇ ਗੇਟ ਨਾਲ ਲੱਗਦੇ ਨਿੰਮ ਦੇ ਦਰਖਤ ਪਿੱਛੇ ਖੜੇ ਸਨ। ਮੋਟਰਸਾਈਕਲ ਦੀ ਆਵਾਜ਼ ਦੂਰੋਂ ਨੇੜੇ ਆਉਂਦੀ ਸੁਣਾਈ ਦਿੱਤੀ। ਜੈ ਗੋਪਾਲ ਨੇ ਇਸ਼ਾਰਾ ਕੀਤਾ ਤੇ ਰਾਜਗੁਰੂ ਦੇ ਰਿਵਾਲਵਰ ਤੋਂ ਗੋਲੀ ਚੱਲ ਪਈ। ਮੋਟਰਸਾਈਕਲ ਡਿੱਗ ਪਿਆ। ਪੁਲਿਸ ਵਾਲਾ ਲੋਟਣੀਆਂ ਖਾਣ ਲੱਗਾ। ਭਗਤ ਸਿੰਘ ਨੇ ਠਾਂ ਗੋਲੀਆਂ ਉਸ ਦੀ ਛਾਤੀ ਅੰਦਰ ਉਤਾਰ ਦਿੱਤੀਆਂ। ਜਦੋਂ ਦੋਵੇਂ ਭੱਜਣ ਲੱਗੇ, ਇੱਕ ਪੁਲਿਸ ਵਾਲੇ ਨੇ ਉਹਨਾਂ ਨੂੰ ਦੇਖ ਲਿਆ। ਇਸ ਤੋਂ ਪਹਿਲਾਂ ਕਿ ਉਹ ਉਹਨਾਂ ਵੱਲ ਵੱਧਦਾ, ਆਜ਼ਾਦ ਨੇ ਉਸ ਨੂੰ ਉੱਥੇ ਹੀ ਢੇਰੀ ਕਰ ਦਿੱਤਾ। ਸੈਂਡਰਸ ਹੀ ਸਹੀ, ਡਾਂਗਾਂ ਤਾਂ ਹੀ ਨਹੀਂ ਚਲਵਾਈਆਂ ਸਨ। ਪੁਲਿਸ ਵਿਭਾਗ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਫੜੇ ਜਾਣ ਦਾ ਡਰ ਸੀ। ਭਗਤ ਸਿੰਘ ਜਾਣਦਾ ਸੀ ਕਿ ਅਜੇ ਆਜ਼ਾਦ ਰਹਿਣਾ ਜ਼ਰੂਰੀ ਹੈ। ਭਾਰਤ ਦੀ ਆਜ਼ਾਦੀ ਦਾ ਸੁਪਨਾ ਅੱਖਾਂ ਵਿੱਚ ਸੰਜੋ ਕੇ ਭਗਤ ਸਿੰਘ ਨੇ ਆਪਣੇ ਕੇਸ ਅਤੇ ਦਾੜੀ ਮੁੰਡਵਾ ਲਈ ਅਤੇ ਭੇਸ ਬਦਲ ਕੇ ਭਗਵਤੀ ਚਰਨ ਵੋਰਾ ਦੀ ਪਤਨੀ ਦੁਰਗਾ ਭਾਬੀ ਨਾਲ ਟ੍ਰੇਨਾਂ ਬਦਲਦੇ ਹੋਏ ਬਚਦੇ ਬਚਾਉਂਦੇ ਲਾਹੌਰ ਤੋਂ ਕਲਕੱਤਾ ਪਹੁੰਚ ਗਏ। ਰਾਜਗੁਰੂ ਸੇਵਕ ਬਣ ਉਹਨਾਂ ਦੇ ਨਾਲ ਰਹੇ। 1929 ਵਿੱਚ ਭਗਤ ਸਿੰਘ ਕਲਕੱਤਾ ਤੋਂ ਵਾਪਸ ਪਰਤ ਆਏ। ਕੇਂਦਰੀ ਅਸੈਂਬਲੀ ਵਿੱਚ ਕਿਸਾਨਾਂ ਅਤੇ ਮਜ਼ਦੂਰ ਟ੍ਰੇਡ ਯੂਨੀਅਨਸ ਨੂੰ ਕੁਚਲਣ ਲਈ ਪਬਲਿਕ ਸੇਫਟੀ ਬਿੱਲ ਅਤੇ ਟ੍ਰੇਡ ਡਿਸਪਿਊਟਸ ਬਿੱਲ ਪੇਸ਼ ਕੀਤੇ ਗਏ। ਭਗਤ ਸਿੰਘ ਨੇ ਇਸ ਦਾ ਵਿਰੋਧ ਕਰਨ ਬਾਰੇ ਸੋਚਿਆ। ਸਾਥੀਓ, ਅਸੈਂਬਲੀ ਵਿੱਚ ਜਿਹੜੇ ਦਮਨਕਾਰੀ ਬਿੱਲ ਪੇਸ਼ ਕੀਤੇ ਜਾ ਰਹੇ ਹਨ, ਅਸੀਂ ਅਸੈਂਬਲੀ ਅੰਦਰ ਬੰਬ ਧਮਾਕੇ ਨਾਲ ਸਰਕਾਰ ਦੇ ਇਸ ਅਯਲ ਵਤੀਰੇ ਦਾ ਵਿਰੋਧ ਕਰਾਂਗੇ। ਸਾਡਾ ਮਕਸਦ ਕਿਸੇ ਨੂੰ ਮਾਰਨਾ ਨਹੀਂ, ਸਗੋਂ ਆਪਣੀ ਗੱਲ ਰੱਖਣਾ। ਅਸੀਂ ਭੱਜਾਂਗੇ ਨਹੀਂ, ਉੱਥੇ ਹੀ ਖੜ ਕੇ ਆਪਣੀ ਗੱਲ ਕਹਾਂਗੇ। ਇੱਕ ਵਾਰ ਜਦੋਂ ਅਸੀਂ ਆਪਣੀ ਗੱਲ ਦੁਨੀਆ ਸਾਹਮਣੇ ਰੱਖ ਦਿਆਂਗੇ ਤਾਂ ਸੰਗਠਨ ਵਿੱਚ ਇੱਕ ਨਹੀਂ, ਹਜ਼ਾਰਾਂ ਭਗਤ ਸਿੰਘ ਹੋਣਗੇ। ਜੇ
ਜੇ ਅਸੀਂ ਕਾਮਯਾਬ ਨਹੀਂ ਹੁੰਦੇ ਤਾਂ ਦੁਨੀਆ ਸਾਨੂੰ ਅੱਤਵਾਦੀ ਸਮਝੇਗੀ। 8 ਅਪ੍ਰੈਲ 1929 ਦਿਨ ਦੇ 12:30 ਵਜੇ ਅਸੈਂਬਲੀ ਵਿੱਚ ਟ੍ਰੇਡ ਡਿਸਪਿਊਟਸ ਬਿੱਲ ਤੇ ਹੋਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਸਰਦਾਰ ਵੱਲਭ ਭਾਈ ਪਟੇਲ, ਮੁਹੰਮਦ ਅਲੀ ਜਿੰਨਾ, ਮੋਤੀ ਲਾਲ ਨਹਿਰੂ, ਮਦਨ ਮੋਹਨ ਮਾਲਵੀਆ ਦੇ ਨਾਲ ਸਾਈਮਨ ਕਮਿਸ਼ਨ ਵਾਲਾ ਜੌਨ ਸਾਈਮਨ ਵੀ ਉੱਥੇ ਹੀ ਬੈਠਾ ਸੀ। ਸਪੀਕਰ ਵਿਠਲ ਭਾਈ ਪਟੇਲ ਵੋਟਾਂ ਦੀ ਗਿਣਤੀ ਦਰਸਾਉਣ ਲਈ ਹਜੇ ਖੜੇ ਹੋਏ ਹੀ ਸਨ ਕਿ ਇੱਕ ਜ਼ੋਰਦਾਰ ਧਮਾਕਾ ਹੋਇਆ। ਅਸੈਂਬਲੀ ਹਾਲ ਧੂਏ ਨਾਲ ਭਰ ਗਿਆ ਅਤੇ ਬਾਲਕਨੀ ਤੋਂ ਆਵਾਜ਼ ਗੂੰਜੀ, इनकलाब जिंदाबाद, साम्राज्यवाद खत्म हो, डाउन विद इंपीरियलिज्म, दुनिया ਦੇ ਮਜ਼ਦੂਰੋ ਇੱਕ ਹੋਵੋ। ਭੋਲੇ ਲੋਕਾਂ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ ਹੁੰਦੀ ਹੈ। ਅਸੀਂ ਇਸ ਵਿਦੇਸ਼ੀ ਹਕੂਮਤ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਉਸ ਦੇ ਜ਼ਾਲਮ ਕਾਨੂੰਨ ਅਤੇ ਲਾਲਾ ਲਾਜਪਤ ਰਾਏ ਦੇ ਕਤਲ ਦੇ ਖਿਲਾਫ ਇਹ ਕਦਮ ਚੁੱਕਿਆ ਹੈ। ਅਸੀਂ ਇਨਸਾਨੀ ਜ਼ਿੰਦਗੀ ਨੂੰ ਪਾਕ ਸਮਝਦੇ ਹਾਂ। ਅਸੀਂ ਇੱਕ ਅਜਿਹੀ ਦੁਨੀਆ ਵਿੱਚ ਯਕੀਨ ਰੱਖਦੇ ਹਾਂ ਜਿੱਥੇ ਇਨਸਾਨ ਲਈ ਅਮਨ, ਚੈਨ ਅਤੇ ਆਜ਼ਾਦੀ ਹੋਵੇ। ਸਾਨੂੰ ਇਨਸਾਨ ਦਾ ਲਹੂ ਵਹਾਉਣ ਵਿੱਚ ਖੁਸ਼ੀ ਨਹੀਂ ਮਿਲਦੀ, ਪਰ ਇਨਸਾਨ ਵੱਲੋਂ ਇਨਸਾਨ ਤੇ ਕੀਤੇ ਜ਼ੁਲਮ ਨੂੰ ਖਤਮ ਕਰਨ ਲਈ ਇਨਕਲਾਬ ਦੇ ਰਸਤੇ ਤੇ ਕਈ ਵਾਰ ਖੂਨ ਵਹਾਉਣ ਦੀ ਲੋੜ ਪੈ ਹੀ ਜਾਂਦੀ ਹੈ। ਇਨਕਲਾਬ ਜ਼ਿੰਦਾਬਾਦ। ਅਸੈਂਬਲੀ ਹਾਲ ਖਾਲੀ ਹੋ ਗਿਆ, ਪਰ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੱਸੇ ਨਹੀਂ, ਉੱਥੇ ਹੀ ਖੜੇ ਰਹੇ ਅਤੇ ਬੋਲੀ ਹਕੂਮਤ ਨੂੰ ਆਪਣੀ ਗੱਲ ਸੁਣਾਉਂਦੇ ਹੋਏ ਗ੍ਰਿਫਤਾਰ ਹੋ ਗਏ। ਹਰ ਥਾਂ ਛਾਪੇਮਾਰੀ ਸ਼ੁਰੂ ਹੋ ਗਈ। ਖੂਫੀਆ ਵਿਭਾਗ ਭਗਤ ਸਿੰਘ ਦੇ ਸਾਥੀਆਂ ਦੀ ਭਾਲ ਵਿੱਚ ਸਰਗਰਮ ਹੋ ਗਿਆ। ਰਾਜਗੁਰੂ ਰਾਹ ਵਿੱਚ ਹੀ ਫੜੇ ਗਏ। ਜੈ ਗੋਪਾਲ ਦੀ ਮੁਖਬਰੀ ਨੇ ਤਬਾਹੀ ਮਚਾ ਦਿੱਤੀ। ਆਗਰਾ, ਲਾਹੌਰ ਦੀਆਂ ਬੰਬ ਫੈਕਟਰੀਆਂ ਤੇ ਛਾਪੇਮਾਰੀ ਹੋਈ। ਯਤੀਂਦਰਨਾਥ, ਸ਼ਿਵ ਵਰਮਾ, ਜੈਦੇਵ ਕਪੂਰ, ਸੁਰਿੰਦਰ ਪਾਂਡੇ, ਮਹਾਵੀਰ ਸਿੰਘ, ਕੁੰਦਨ ਪਾਂਡੇ, ਸੁਖਦੇਵ ਇੱਕ ਤੋਂ ਬਾਅਦ ਇੱਕ ਆਜ਼ਾਦੀ ਦੇ ਪਰਵਾਨੇ ਫੜੇ ਜਾਣ ਲੱਗੇ। ਪਰ ਆਜ਼ਾਦ ਹਜੇ ਵੀ ਆਜ਼ਾਦ ਸਨ। ਭਗਤ ਸਿੰਘ ਜਾਣਦੇ ਸੀ ਕਿ ਦੇਸ਼ ਵਿਦੇਸ਼ ਦੀਆਂ ਨਜ਼ਰਾਂ ਉਸ ਤੇ ਟਿਕੀਆਂ ਹੋਈਆਂ ਸਨ। ਉਹ ਹਰ ਮੌਕੇ ਨੂੰ ਇਨਕਲਾਬ ਲਈ ਇਸਤੇਮਾਲ ਕਰਨ ਲੱਗੇ। ਯੋਰ ਆਨਰ, ਅਸੀਂ ਸੁੱਤੀ ਪਈ ਬਰਤਾਨਵੀ ਹਕੂਮਤ ਨੂੰ ਜਗਾਉਣ ਲਈ ਇਹ ਧਮਾਕਾ ਕੀਤਾ। ਅਸੀਂ ਬੋਲੀ ਸਰਕਾਰ ਨੂੰ ਸੁਣਾਉਣ ਲਈ ਧਮਾਕਾ ਕੀਤਾ। ਖਿਆਲੀ ਅਹਿੰਸਾ ਦਾ ਯੁੱਗ ਹੁਣ ਖਤਮ ਹੋ ਗਿਆ ਹੈ। ਅਸੀਂ ਗੁਰੂ ਗੋਬਿੰਦ ਸਿੰਘ, ਸ਼ਿਵਾਜੀ, ਕਮਾਲ ਪਾਸ਼ਾ ਅਤੇ ਲੈਨਿਨ ਦੇ ਆਦਰਸ਼ਾਂ ਦੀ ਚਿਣਗ ਲੈ ਕੇ ਉਹਨਾਂ ਦੇ ਰਸਤੇ ਤੇ ਤੁਰ ਰਹੇ ਹਾਂ। ਸਾਡਾ ਸੁੱਟਿਆ ਬੰਬ ਵਿਨਾਸ਼ਕਾਰੀ ਹੋ ਸਕਦਾ ਸੀ, ਸਾਈਮਨ ਨੂੰ ਵੀ ਮਾਰ ਸਕਦੇ ਸੀ, ਪਰ ਅਜਿਹਾ ਨਹੀਂ ਹੋਇਆ ਕਿਉਂਕਿ ਇਹ ਸਾਡਾ ਇਰਾਦਾ ਨਹੀਂ ਸੀ। ਇਨਕਲਾਬ ਮਨੁੱਖ ਜਾਤ ਦਾ ਹੱਕ ਹੈ ਅਤੇ ਆਜ਼ਾਦੀ ਸਾਡਾ ਪੈਦਾਇਸ਼ੀ ਹੱਕ। ਇਨਕਲਾਬ ਜ਼ਿੰਦਾਬਾਦ। ਦਿੱਲੀ ਸੈਸ਼ਨ ਕੋਰਟ ਵੱਲੋਂ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਮਾਮਲਾ ਹਾਈ ਕੋਰਟ ਵਿੱਚ ਚਲਾ ਗਿਆ। ਭਗਤ ਸਿੰਘ ਆਪਣੇ ਕੇਸ ਵਿੱਚ ਆਪ ਜਿਰਹਾ ਕਰ ਰਹੇ ਸਨ। ਮਕਸਦ ਨੂੰ ਭੁਲਾ ਕੇ ਕਿਸੇ ਬੰਦੇ ਨਾਲ ਇਨਸਾਫ ਨਹੀਂ ਕੀਤਾ ਜਾ ਸਕਦਾ। ਜੇ ਮਕਸਦ ਭੁਲਾ ਦਿੱਤਾ ਜਾਏ ਤਾਂ ਦੁਨੀਆ ਦੇ ਸਾਰੇ ਕਮਾਂਡਰ ਕਾਤਲ ਨਜ਼ਰ ਆਉਣਗੇ। ਕਾਨੂੰਨ ਮਨੁੱਖ ਲਈ ਹੈ, ਮਨੁੱਖ ਕਾਨੂੰਨ ਲਈ ਨਹੀਂ ਹੈ। ਸਾਡਾ ਇਨਕਲਾਬ ਪਿਸਤੌਲ ਅਤੇ ਬੰਬ ਦਾ ਇਨਕਲਾਬ ਨਹੀਂ ਹੈ ਜੱਜ ਸਾਹਿਬ। ਪਿਸਤੌਲ ਅਤੇ ਬੰਬ ਇਨਕਲਾਬ ਨਹੀਂ ਲਿਆਉਂਦੇ, ਸਗੋਂ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਨੋਕ ਤੇ ਤਿੱਖੀ ਹੁੰਦੀ ਹੈ। ਸਾਡੇ ਮਕਸਦ ਨੂੰ ਸਮਝੇ ਬਗੈਰ ਕੋਈ ਫੈਸਲਾ ਲੈਣਾ ਗੈਰ ਵਾਜਿਬ ਹੀ ਨਹੀਂ, ਬੇਇਨਸਾਫੀ ਵਾਲਾ ਵੀ ਹੋਵੇਗਾ। ਰਹੀ ਗੱਲ ਸਜ਼ਾ ਦੀ, ਤਾਂ ਇਸ ਦਾ ਸਵਾਲ ਸਾਡੇ ਲਈ ਬੇਮਾਨੀ ਹੈ ਜੱਜ ਸਾਹਿਬ। ਭਗਤ ਸਿੰਘ ਅਤੇ ਬਟੂਕੇਸ਼ਵਰ ਨੂੰ ਅਸੈਂਬਲੀ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਤਾਂ ਸੁਣਾ ਦਿੱਤੀ ਗਈ, ਪਰ ਸੈਂਡਰਸ ਦੀ ਹੱਤਿਆ ਵਾਲੇ ਕੇਸ ਵਿੱਚ ਸੁਣਵਾਈ ਅਜੇ ਵੀ ਜਾਰੀ ਸੀ। ਭਗਤ ਸਿੰਘ ਨੂੰ ਮਿਆਂਵਾਲੀ ਅਤੇ ਬਟੂਕੇਸ਼ਵਰ ਨੂੰ ਲਾਹੌਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਜੇਲ੍ਹ ਵਿੱਚ ਉਹਨਾਂ ਨਾਲ ਆਮ ਕੈਦੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਸੀ। ਭਗਤ ਸਿੰਘ ਨੇ ਮਿਆਂਵਾਲੀ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਫਿਰ ਕੀ ਸੀ, ਵੇਖਦੇ ਵੇਖਦੇ ਦੇਸ਼ ਦੀਆਂ ਬਾਕੀ ਜੇਲ੍ਹਾਂ ਵਿੱਚ ਵੀ ਹੜਤਾਲ ਸ਼ੁਰੂ ਹੋ ਗਈ। ਉਹਨਾਂ ਦੇ ਸਾਥੀ ਚਾਹੁੰਦੇ ਸਨ ਕਿ ਮੁਕੱਦਮੇ ਦੀ ਕਾਰਵਾਈ ਹੌਲੀ ਹੋਵੇ ਤਾਂ ਜੋ ਉਹਨਾਂ ਨੂੰ ਸਮਾਂ ਮਿਲ ਸਕੇ ਅਤੇ ਉਹ ਆਪਣੀ ਗੱਲ ਦੁਨੀਆ ਤੱਕ ਪਹੁੰਚਾ ਸਕਣ। ਪਰ ਬਰਤਾਨਵੀ ਹੁਕੂਮਤ ਸੁਣਵਾਈ ਵਿੱਚ ਤੇਜ਼ੀ ਲਿਆਉਣਾ ਚਾਹੁੰਦੀ ਸੀ, ਇਸ ਲਈ ਇੱਕ ਟ੍ਰਾਈਬਿਊਨਲ ਸਥਾਪਿਤ ਕਰ ਦਿੱਤਾ ਗਿਆ। ਭਗਤ ਸਿੰਘ ਨੇ ਸੁਣਵਾਈ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਸਰਕਾਰ ਗੈਰ ਕਾਨੂੰਨੀ ਹੈ।
ਇਸ ਦਾ ਇਨਸਾਫ ਢਕੋਸਲਾ ਹੈ। ਇਹ ਗੁੰਡਿਆਂ, ਡਾਕੂਆਂ ਅਤੇ ਲੁਟੇਰਿਆਂ ਦਾ ਗਿਰੋਹ ਹੈ। ਅਸੀਂ ਇਸ ਝੂਠੀ ਅਤੇ ਨਕਲੀ ਸ਼ਾਂਤੀ ਦੇ ਹਿਮਾਇਤੀ ਨਹੀਂ ਹਾਂ, ਜਿਸ ਨੂੰ ਬੁਜ਼ਦਿਲੀ ਨਾਲ ਹਾਸਲ ਕਰਕੇ ਬਰਛੀਆਂ ਬੰਦੂਕਾਂ ਸਹਾਰੇ ਕਾਇਮ ਰੱਖਿਆ ਜਾਏ। ਵਿਰੋਧ ਕਰਨ ਤੇ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਬੇੜੀਆਂ ਵਿੱਚ ਜਕੜ ਲਿਆ ਗਿਆ। ਦੁਪਹਿਰ ਦੀ ਰੋਟੀ ਲਈ ਹਥਕੜੀਆਂ ਖੋਲੀਆਂ ਗਈਆਂ, ਜਿਨ੍ਹਾਂ ਨੂੰ ਦੁਬਾਰਾ ਪਹਿਨਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ। ਟ੍ਰਾਈਬਿਊਨਲ ਦੇ ਪ੍ਰਧਾਨ ਕੋਲਡ ਸਟ੍ਰੀਮ ਨੇ ਉਹਨਾਂ ਨੂੰ ਗਾਲਾਂ ਕੱਢੀਆਂ ਅਤੇ ਸਿਪਾਹੀ ਉਹਨਾਂ ਤੇ ਡਾਂਗਾਂ ਲੈ ਕੇ ਟੁੱਟ ਪਏ। ਜਸਟਿਸ ਆਗਾ ਹੈਦਰ ਨੇ ਇਸ ਬਰਬਰ ਕਾਰਵਾਈ ਉੱਤੇ ਇਤਰਾਜ਼ ਕੀਤਾ ਅਤੇ ਦਸਤਖਤ ਕਰਨ ਤੋਂ ਮਨਾ ਕਰ ਦਿੱਤਾ। ਹੱਦ ਤਾਂ ਤਦ ਹੋਈ ਜਦੋਂ ਵਾਇਸਰੋਏ ਲਾਰਡ ਅਰਵਿਨ ਨੇ ਨਵਾਂ ਟ੍ਰਾਈਬਿਊਨਲ ਬਣਾ ਕੇ ਮੁਲਜ਼ਮਾਂ ਦੀ ਗੈਰ ਹਾਜ਼ਰੀ ਵਿੱਚ ਕੇਸ ਦੀ ਸੁਣਵਾਈ ਦਾ ਆਦੇਸ਼ ਦੇ ਦਿੱਤਾ। ਜ਼ਾਲਮ ਹਕੂਮਤ ਦਾ ਇਹ ਨਵਾਂ ਇਨਸਾਫ ਸੀ, ਜਿੱਥੇ ਮੁੱਦਈ ਵੀ ਉਹੀਓ ਸੀ ਅਤੇ ਗਵਾਹ ਵੀ ਉਹੀਓ। 300 ਸਫ਼ਿਆਂ ਦਾ ਫੈਸਲਾ ਸੁਣਾਇਆ ਗਿਆ। ਬਟੂਕੇਸ਼ਵਰ ਦੱਤ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ। ਭਗਤ ਸਿੰਘ, ਸੁਖਦੇਵ ਥਾਪਰ ਅਤੇ ਸ਼ਿਵਰਾਮ ਰਾਜਗੁਰੂ ਨੂੰ ਸੈਂਡਰਸ ਦੇ ਕਤਲ ਲਈ ਫਾਂਸੀ ਦੀ ਸਜ਼ਾ ਸੁਣਾਈ ਗਈ। ਦਿਨ ਤੈਅ ਕੀਤਾ ਗਿਆ 24 ਮਾਰਚ 1931। 27 ਫਰਵਰੀ 1931 ਨੂੰ ਚੰਦਰਸ਼ੇਖਰ ਆਜ਼ਾਦ ਦੀ ਮੌਤ ਦੀ ਖਬਰ ਮਿਲੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੇ ਆਪਣਾ ਨੇਤਾ ਗਵਾ ਦਿੱਤਾ। ਇੱਕ ਤੋਂ ਬਾਅਦ ਇੱਕ ਸਾਰੇ ਸਾਥੀ ਵਿਛੜਦੇ ਜਾ ਰਹੇ ਸਨ, ਪਰ ਸੰਗਰਾਮ ਦੀ ਲौ ਹਜੇ ਵੀ ਭਖ ਰਹੀ ਸੀ। ਆਜ਼ਾਦ ਦੀ ਮੌਤ ਦੇ 3 ਦਿਨਾਂ ਬਾਅਦ ਭਗਤ ਸਿੰਘ ਨੇ ਬਟੂਕੇਸ਼ਵਰ ਦੱਤ ਨੂੰ ਇੱਕ ਖਤ ਲਿਖਿਆ। ਪਿਆਰੇ ਵੀਰ ਬਟੂਕੇਸ਼ਵਰ, ਮੈਨੂੰ ਮੌਤ ਦੀ ਸਜ਼ਾ ਹੋਈ ਤੇ ਤੈਨੂੰ ਉਮਰ ਕੈਦ। ਤੁਸੀਂ ਜੀਓਗੇ ਅਤੇ ਜਿਉਂਦੇ ਰਹਿ ਕੇ ਤੂੰ ਦੁਨੀਆ ਨੂੰ ਵਿਖਾ ਦੇਣਾ ਹੈ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਸਿਰਫ ਮਰ ਹੀ ਨਹੀਂ ਸਕਦੇ, ਸਗੋਂ ਜਿਉਂਦੇ ਹੋਏ ਵੀ ਹਰ ਤਰ੍ਹਾਂ ਦੇ ਤਸੀਹਿਆਂ ਦਾ ਮੁਕਾਬਲਾ ਕਰ ਸਕਦੇ ਹਨ। ਹਵਾ में रहेगी मेरे ख्याल की बिजली, ये मुश्त खाक है फानी, रहे रहे न रहे। ਬ੍ਰਿਟਿਸ਼ ਸਰਕਾਰ ਭਗਤ ਸਿੰਘ ਦੀ ਫਾਂਸੀ ਨੂੰ ਲੈ ਕੇ ਡਰੀ ਹੋਈ ਸੀ। ਉਸ ਨੂੰ ਡਰ ਸੀ ਕਿ ਕੋਈ ਹੰਗਾਮਾ ਜਾਂ ਬਲਵਾ ਨਾ ਹੋ ਜਾਏ। ਇਸ ਲਈ 24 ਮਾਰਚ ਦੀ ਬਜਾਏ 23 ਮਾਰਚ 1931 ਨੂੰ ਹੀ ਫਾਂਸੀ ਦੇਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਲਾਹੌਰ ਜੇਲ੍ਹ ਦਾ ਚੀਫ ਵਾਰਡਨ ਸਰਦਾਰ ਚਤਰ ਸਿੰਘ ਖਬਰ ਮਿਲਦਿਆਂ ਸਾਰ ਭਗਤ ਸਿੰਘ ਨੂੰ ਮਿਲਣ ਗਿਆ। ਭਗਤ, ਫਾਂਸੀ ਦਾ ਵਕਤ ਬਦਲ ਗਿਆ ਹੈ ਕਾਕੇ। ਆਖਰੀ ਵੇਲਾ ਹੈ। ਵਾਹਿਗੁਰੂ ਜੀ ਦਾ ਨਾਮ ਲੈ, ਅਰਦਾਸ ਕਰ ਲੈ ਪੁੱਤਰ। सरदार साहब, ਹੁਣ ਅਖੀਰੀ ਵੇਲੇ ਜੇ ਮੈਂ ਵਾਹਿਗੁਰੂ ਨੂੰ ਯਾਦ ਕਰਦਾ ਹਾਂ ਤਾਂ ਵਾਹਿਗੁਰੂ ਨੇ ਕਹਿਣਾ ਹੈ ਭਗਤ ਸਿੰਘ ਬੁਜ਼ਦਿਲ ਨਿਕਲਿਆ। ਲੋਕੀ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਕਿ ਭਗਤ ਸਿੰਘ ਨਾਸਤਕ ਹੈ, ਰੱਬ ਨੂੰ ਨਹੀਂ ਮੰਨਦਾ। ਪਰ ਇਹ ਇਲਜ਼ਾਮ ਤਾਂ ਕੋਈ ਨਹੀਂ ਲਾਏਗਾ ਕਿ ਭਗਤ ਸਿੰਘ ਬੁਜ਼ਦਿਲ ਅਤੇ ਬੇਈਮਾਨ ਸੀ। ਮੌਤ ਨੂੰ ਸਾਹਮਣੇ ਵੇਖ ਕੰਬ ਗਿਆ। ਮੈਂ ਅਜੇ ਲੈਨਿਨ ਦੀ ਜੀਵਨੀ ਪੜ੍ਹ ਰਿਹਾ। ਉਸੇ ਵਕਤ ਜੇਲ੍ਹ ਸਟਾਫ ਭਗਤ ਸਿੰਘ ਨੂੰ ਲੈਣ ਆ ਗਿਆ। ਤੁਹਾਨੂੰ ਹੁਣੇ ਸਾਡੇ ਨਾਲ ਚੱਲਣਾ ਪਵੇਗਾ, ਸਮਾਂ ਹੋ ਗਿਆ ਹੈ। 2 ਪਲ ਠਹਿਰ ਵੀਰ, ਰੁਕਾਵਟ ਨਾ ਪਾ। ਇੱਕ ਇਨਕਲਾਬੀ ਅਜੇ ਦੂਜੇ ਇਨਕਲਾਬੀ ਨਾਲ ਮਿਲ ਰਿਹਾ ਹੈ। ਭਗਤ ਸਿੰਘ ਉੱਠੇ ਅਤੇ ਆਪਣੀ ਮੰਜ਼ਿਲ ਵੱਲ ਤੁਰ ਪਏ। ਸਾਥੀ ਸਨ ਸੁਖਦੇਵ ਥਾਪਰ ਅਤੇ ਸ਼ਿਵਰਾਮ ਰਾਜਗੁਰੂ। ਫਾਂਸੀ ਦੇ ਤਖਤੇ ਵੱਲ ਵਧਦੇ ਇਨਕਲਾਬੀਆਂ ਦੇ ਕਦਮ ਬਰਤਾਨਵੀ ਹਕੂਮਤ ਦੀ ਛਾਤੀ ਉੱਤੇ ਹਥੌੜੀ ਵਾਂਗ ਵੱਜਣ ਲੱਗੇ। ਫਿਜ਼ਾ ਵਿੱਚ ਇਨਕਲਾਬ ਜ਼ਿੰਦਾਬਾਦ, ਡਾਊਨ ਵਿਦ ਇੰਪੀਰੀਅਲਿਜ਼ਮ ਦਾ ਨਾਰਾ ਗੂੰਜ ਉੱਠਿਆ। ਤਿੰਨਾਂ ਨੇ ਇੱਕ ਦੂਜੇ ਵੱਲ ਵੇਖਿਆ, ਮੁਸਕਰਾਏ, ਇਨਕਲਾਬ ਦਾ ਨਾਰਾ ਬੁਲੰਦ ਕੀਤਾ ਤੇ ਫਾਂਸੀ ਦੇ ਫੰਦੇ ਤੇ ਲਟਕ ਗਏ। ਸ਼ਾਮ ਦੇ 7:30 ਵਜੇ ਭਾਰਤ ਮਾਤਾ ਦੇ 3 ਸਪੂਤ ਦੇਸ਼ ਲਈ ਕੁਰਬਾਨ ਹੋ ਗਏ। ਬਰਤਾਨਵੀ ਹਕੂਮਤ ਜ਼ਿੰਦਾ ਭਗਤ ਸਿੰਘ ਤੋਂ ਵੀ ਜ਼ਿਆਦਾ ਮ੍ਰਿਤਕ ਭਗਤ ਸਿੰਘ ਤੋਂ ਡਰਨ ਲੱਗੀ ਸੀ। ਇਹਨਾਂ ਤਿੰਨਾਂ ਦੀਆਂ ਲਾਸ਼ਾਂ ਨੂੰ ਰਾਤ ਵੇਲੇ ਹੇਠਾਂ ਉਤਾਰਿਆ ਗਿਆ। ਲਾਹੌਰ ਸੈਂਟਰਲ ਜੇਲ੍ਹ ਦੀ ਪਿਛਲੀ ਕੰਧ ਤੋੜ ਕੇ ਇੱਕ ਲਾਰੀ ਨੂੰ ਅੰਦਰ ਲਿਆਉਂਦਾ ਗਿਆ। ਲਾਸ਼ਾਂ ਨੂੰ ਲਾਰੀ ਵਿੱਚ ਸੁੱਟਿਆ ਗਿਆ। ਲਾਰੀ ਰਾਤ ਦੇ ਸਿਆਹ ਹਨੇਰੇ ਵਿੱਚ ਗਾਇਬ ਹੋ ਗਈ।
ਸ਼ਹਿਰ ਤੋਂ 40 ਕਿਲੋਮੀਟਰ ਦੂਰ ਸਤਲੁਜ ਦੇ ਕੰਢੇ ਹੁਸੈਨੀਵਾਲਾ ਦੇ ਲਾਗੇ ਲਾਰੀ ਰੁਕੀ। ਡੇਰੇ ਸਹਿਮੇ ਕਾਲੇ ਪਰਛਾਵਿਆਂ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਸਤਲੁਜ ਪੁਲ ਦੇ ਪਿਲਰ ਨੰਬਰ 13 ਦੇ ਕੋਲ ਥੱਲੇ ਲਾਇਆ, ਉਹਨਾਂ ਦੇ ਟੋਟੇ ਕੀਤੇ ਅਤੇ ਅੱਗ ਦੇ ਹਵਾਲੇ ਕਰ ਦਿੱਤਾ। ਉਹ ਇੰਨੇ ਡਰੇ ਹੋਏ ਸਨ ਕਿ ਉਹਨਾਂ ਨੇ ਲਾਸ਼ਾਂ ਦੇ ਪੂਰੀ ਤਰ੍ਹਾਂ ਸੜਨ ਦਾ ਇੰਤਜ਼ਾਰ ਵੀ ਨਹੀਂ ਕੀਤਾ ਅਤੇ ਅੱਧ ਸੜੀਆਂ ਲਾਸ਼ਾਂ ਨੂੰ ਛੱਡ ਕੇ ਭੱਜ ਗਏ। ਦੂਜੇ ਦਿਨ ਸਵੇਰੇ ਜਦੋਂ ਪਿੰਡ ਦੇ ਕੁਝ ਲੋਕਾਂ ਨੇ ਅੱਧ ਸੜੀਆਂ ਲਾਸ਼ਾਂ ਅਤੇ ਵੱਢਣ ਵਾਲੇ ਸੰਦ ਵੇਖੇ ਤਾਂ ਉੱਥੇ ਹਫੜਾ ਤਫੜੀ ਮਚ ਗਈ। ਪੰਜਾਬ ਦੀ ਧਰਤੀ ਨੇ ਆਪਣੇ ਲਾਲ ਨੂੰ ਪਛਾਣ ਲਿਆ। ਲੋਕਾਂ ਦਾ ਹਜੂਮ ਉਮੜ ਪਿਆ। ਲਾਹੌਰ ਤੋਂ ਆਏ ਲੋਕਾਂ ਨੇ ਤਿੰਨਾਂ ਸ਼ਹੀਦਾਂ ਦੇ ਬਾਕੀ ਬਚੇ ਅੰਸ਼ਾਂ ਨੂੰ ਸਾਂਭਿਆ ਅਤੇ ਇੱਕ ਬਹੁਤ ਵੱਡੇ ਜਲੂਸ ਨੇ ਸਤਲੁਜ ਦੇ ਕੰਢੇ ਤਿੰਨਾਂ ਸ਼ਹੀਦਾਂ ਦਾ ਦੁਬਾਰਾ ਸੰਸਕਾਰ ਕੀਤਾ। ਇਨਕਲਾਬ ਦੇ ਨਾਰੇ ਲੱਗਦੇ ਰਹੇ। 15 ਅਗਸਤ 1947 ਨੂੰ ਆਜ਼ਾਦੀ ਤਾਂ ਮਿਲੀ, ਪਰ ਦੇਸ਼ ਟੁਕੜਿਆਂ ਵਿੱਚ ਵੰਡਿਆ ਗਿਆ। 15 ਅਗਸਤ 1947 ਦੀ ਸਵੇਰ ਜਦ ਲੋਕੀ ਸੋ ਕੇ ਉੱਠੇ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦਾ ਦੇਸ਼ ਕਿਹੜਾ ਹੈ। ਉਹ ਹਿੰਦੁਸਤਾਨ ਵਿੱਚ ਹਨ ਜਾਂ ਪਾਕਿਸਤਾਨ 'ਚ। ਚਾਰੇ ਪਾਸੇ ਮਾਰਕਾਟ ਤੇ ਤਬਾਹੀ ਮਚ ਗਈ ਸੀ। ਸਭ ਤੋਂ ਜ਼ਿਆਦਾ ਤਬਾਹੀ ਪੰਜਾਬ ਦੀਆਂ ਜ਼ਮੀਨਾਂ ਅਤੇ ਬਾਸ਼ਿੰਦਿਆਂ ਦੀ ਹੋਈ। ਫਿਰੋਜ਼ਪੁਰ, ਗੰਡਾ ਸਾਹਿਬ ਅਤੇ ਹੁਸੈਨੀਵਾਲਾ ਦਾ ਇਹ ਰੇਲਵੇ ਸਟੇਸ਼ਨ ਉਸ ਤਬਾਹੀ ਦੀ ਜਿਉਂਦੀ ਜਾਗਦੀ ਯਾਦਗਾਰ ਹੈ। ਇਹੀ ਹੁਸੈਨੀਵਾਲਾ ਰੇਲਵੇ ਸਟੇਸ਼ਨ, ਜਿਸ ਨੂੰ ਲਾਹੌਰ ਦਾ ਗੇਟਵੇ ਕਿਹਾ ਜਾਂਦਾ ਸੀ, ਜਿੱਥੋਂ 1885 ਚ ਪਹਿਲੀ ਵਾਰ ਰੇਲ ਗੱਡੀ ਕਸੂਰ ਅਤੇ ਲਾਹੌਰ ਤੋਂ ਪਸ਼ਾਵਰ ਗਈ ਸੀ। 1947 ਚ ਰੈੱਡ ਕਲਿਫ ਲਾਈਨ ਬਣਨ ਨਾਲ ਪੀਰ ਬਾਬਾ ਹੁਸੈਨੀਵਾਲਾ ਦੀ ਇਹ ਜ਼ਮੀਨ ਪਾਕਿਸਤਾਨ ਵਾਲੇ ਪਾਸੇ ਚਲੀ ਗਈ ਸੀ। ਨਾਲ ਹੀ ਸ਼ਹੀਦ ਆਜ਼ਮ ਭਗਤ ਸਿੰਘ, ਸੁਖਦੇਵ ਥਾਪਰ ਅਤੇ ਸ਼ਿਵਰਾਮ ਰਾਜਗੁਰੂ ਦੀਆਂ ਸਮਾਧੀਆਂ ਪਾਕਿਸਤਾਨ ਦੀ ਜ਼ਮੀਨ ਦਾ ਹਿੱਸਾ ਬਣ ਗਈਆਂ ਸਨ। ਇਹਨਾਂ ਨੂੰ ਵਾਪਸ ਹਿੰਦੁਸਤਾਨ 'ਚ ਮਿਲਾਉਣ ਦੀ ਕਵਾਇਦ ਸ਼ੁਰੂ ਹੋਈ ਅਤੇ 1961 ਵਿੱਚ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ 12 ਪਿੰਡ ਦੇ ਕੇ ਪੀਰ ਬਾਬਾ ਹੁਸੈਨੀਵਾਲਾ ਤੇ ਸ਼ਹੀਦਾਂ ਦੀਆਂ ਸਮਾਧੀਆਂ ਨੂੰ ਹਿੰਦੁਸਤਾਨ 'ਚ ਸ਼ਾਮਿਲ ਕਰ ਲਿਆ ਗਿਆ। 1965 ਦੀ ਜੰਗ ਤੋਂ ਬਾਅਦ ਬਾਰਡਰ ਪਾਰ ਤੋਂ ਰੇਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ। ਹੁਸੈਨੀਵਾਲਾ ਰੇਲਵੇ ਸਟੇਸ਼ਨ ਦੀ ਰੌਣਕ ਫਿੱਕੀ ਪੈਂਦੀ ਗਈ। ਸਟੇਸ਼ਨ ਉਜੜ ਗਿਆ। ਨਿਸ਼ਾਨੀ ਵਜੋਂ ਰਹਿ ਗਏ ਉਜਾੜ ਤੇ ਸੁਨਸਾਨ ਰੇਲਵੇ ਟਰੈਕ ਅਤੇ ਬੁੱਢੇ ਪਿੱਪਲ ਦਾ ਰੁੱਖ। ਸਨ 1971 ਚ ਪਾਕਿਸਤਾਨ ਨੇ ਫੇਰ ਹਮਲਾ ਕੀਤਾ। ਹੁਸੈਨੀਵਾਲਾ ਵੱਲ ਵੱਧਦੇ ਦੁਸ਼ਮਣ ਤੋਂ ਬਚਾਉਣ ਲਈ ਭਾਰਤੀ ਫੌਜ ਨੇ ਸਤਲੁਜ ਦਰਿਆ ਤੇ ਬਣੇ ਪੁਲ ਨੂੰ ਧਮਾਕਾ ਕਰਕੇ ਉਡਾ ਦਿੱਤਾ। ਦੁਸ਼ਮਣ ਦੀ ਫੌਜ ਦਰਿਆ ਪਾਰ ਹੀ ਖੜੀ ਰਹਿ ਗਈ। ਪੀਰਾਂ, ਫਕੀਰਾਂ, ਆਸ਼ਕਾਂ ਤੇ ਸ਼ਹੀਦਾਂ ਦਾ ਇਹ ਸਥਾਨ ਸਿਰਫ ਜ਼ਮੀਨ ਦਾ ਇੱਕ ਟੁਕੜਾ ਨਹੀਂ ਹੈ, ਇਹ ਨਿਸ਼ਾਨੀ ਹੈ ਆਜ਼ਾਦੀ ਦੇ ਜਜ਼ਬੇ ਦੀ। ਇੱਥੇ ਹਰ ਸਾਲ ਵਿਸਾਖੀ ਦਾ ਮੇਲਾ ਜੁੜਦਾ ਹੈ। ਹਰ ਸਾਲ ਖਾਸ ਤੌਰ ਤੇ 23 ਮਾਰਚ ਅਤੇ 13 ਅਪ੍ਰੈਲ ਨੂੰ ਇੱਥੇ 2 ਗੱਡੀਆਂ ਚਲਾਈਆਂ ਜਾਂਦੀਆਂ ਹਨ। ਹਰ ਦਿਨ ਫੌਜੀ ਸਰਹੱਦ ਤੇ ਕਦਮਤਾਲ ਕਰਦੇ ਹਨ। ਗੂੰਜਦੀ ਹੈ ਭਾਰਤ ਮਾਤਾ ਦੀ ਜੈ ਦੀ ਆਵਾਜ਼। ਪੰਜਾਬੀ ਗੱਭਰੂ ਕੇਸਰੀਆ ਸਾਫਾ ਬਣ ਕੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਜਜ਼ਬੇ ਨੂੰ ਆਪਣੇ ਦਿਲਾਂ ਵਿੱਚ ਸੰਜੋ ਕੇ ਬੋਲ ਉੱਠਦੇ ਹਨ। ਇਨਕਲਾਬ